ਨਾ ਇਕੱਲੇ ਨਾਲ ਪ੍ਰਧਾਨ ਮੰਤਰੀ ਦੇ ਨਾਲ ਕਾਨੂੰਨ ਬਣੇ ਸੀਗੇ। ਉਦੋਂ ਪ੍ਰਕਿਰਿਆ ਪ੍ਰਧਾਨ ਮੰਤਰੀ ਨੇ ਐਲਾਨ ਕਰਤਾ ਵੀ ਅਸੀਂ ਕਾਨੂੰਨ ਰੱਦ ਕਰਨ ਜਾ ਰਹੇ। ਕੱਚੀ ਗੱਲ ਤੇ ਕਿਉਂ ਯਕੀਨ ਕਰਾਂਗੇ? ਜਿਹੜੀ ਪ੍ਰਕਿਰਿਆ 'ਚ ਜਿੱਥੋਂ ਤੱਕ ਜੀ ਆਏ ਲੰਘ ਕੇ ਉਵੇਂ ਚ ਘੁਰ ਜਾਣ ਯਕੀਨ ਕਰਾਂਗੇ। ਉਦੋਂ ਗਾਹਾਂ ਸਾਡੀਆਂ ਮੰਗਾਂ ਨਹੀਂ ਹੈਗੀਆਂ। ਇਹ ਸਾਥੀ ਦੇ ਆਪਦੇ ਵਿਚਾਰ ਨੇ, ਤੂੰ ਇਹਨੂੰ ਨਹੀਂ ਸਮਝਾ ਸਕਦਾ। ਬਹਿਜਾ ਵਾਲੀ ਬਹਿਸ ਕਰਨ ਦੀ ਲੋੜ ਨਹੀਂ ਗੀ, ਠੀਕ ਹੈ ਨਾ ਗੱਲ। ਸਾਡਾ ਸੰਘਰਸ਼ 'ਚ ਲੜਨੇ ਲੋਕਾਂ ਦਾ ਕਦੇ ਪੂਰਾ ਨੁਕਸਾਨ ਨਹੀਂ ਹੋਊਗਾ ਤੇ ਨਾ ਨੁਕਸਾਨ ਹੋਣਾ ਤੇ ਨਾ ਅਸੀਂ ਨੁਕਸਾਨ ਮੰਨਦੇ ਹਾਂ। ਹੁਣ ਮੋਦੀ ਦੋ ਕਰਮਾਂ ਪਿੱਛੇ ਹਟ ਜੇ ਇਹਦਾ ਸੰਘਰਸ਼ ਚੱਲੂਗਾ। ਕਿਸੇ ਦੇ ਵੀ ਕਿਸੇ ਤਰੀਕੇ ਦਾ ਅੰਦੋਲਨ ਦੇ ਵਿੱਚ ਪਰਚਾ ਦਰਜ ਹੋਇਆ ਉਹਦਾ ਹਰ ਇੱਕ ਦਾ ਮਤਲਬ ਪਰਚੇ ਚੋਂ ਕੈਂਸਲ ਹੋਣਾ ਚਾਹੀਦਾ। ਜਿਹੜੀਆਂ ਸੰਸਥਾਵਾਂ ਨੇ ਲੰਗਰ ਲਾਤਾ, ਜਿਹੜੀ ਪ੍ਰੈਸ ਨੇ ਇੱਥੇ ਦਿਨ ਰਾਤ ਮੀਂਹ 'ਚ ਰਹਿ ਕੇ, ਗੜਿਆਂ 'ਚ ਰਹਿ ਕੇ, ਪਾਲੇ 'ਚ ਰਹਿ ਕੇ, ਗਰਮੀ 'ਚ ਰਹਿ ਕੇ ਸਾਡੀ ਮਦਦ ਕਰਤੀ, ਜਿਹਨੇ ਮਗਰ ਬਹਿ ਕੇ ਇੰਨੀ ਗੱਲ ਵੀ ਕਹਤੀ ਵੀ ਯਾਰ ਦੋਨੋਂ ਠੀਕ ਲੜ ਰਹੇ ਨੇ, ਮੈਂ ਤਾਂ ਉਹਨਾਂ ਦਾ ਵੀ ਸਾਰਾ ਧੰਨਵਾਦ ਕਰਦਾ। ਜਿੰਨਾ ਚਿਰ ਮੋਰਚਾ ਚੱਲਦਾ ਪਹਿਲਾਂ ਨਾਲ ਜਿਹੜਾ ਉਹਦੇ ਖਿਲਾਫ ਉਹ ਕਰਾਂਗੇ। ਜੇ ਮੋਰਚਾ ਨਿਬੜ ਜਾਂਦਾ ਵਿੱਚ ਡੁੰਨੀ ਜੋ ਮਰਜ਼ੀ ਕਰੇ, ਅਸੀਂ ਜੋ ਮਰਜ਼ੀ ਕਰੀਏ, ਇਕੱਠੇ ਵੀ ਕਰ ਸਕਦੇ ਹਾਂ ਤੇ ਡੁੱਡੀ ਵੀ ਕਰ ਸਕਦੇ, ਫਿਰ ਉਹ ਸਾਰਾ ਕੁਝ ਤਬਦੀਲ ਹੋ ਜਾਊਗਾ। ਪੰਜਾਬ ਤੋਂ ਕਿਸਾਨ ਤੁਰੇ ਸੀ ਤੇ ਬਹੁਤ ਸਾਰੀਆਂ ਉਮੀਦਾਂ ਸੀਗੀਆਂ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਮੁੜਾਂਗੇ। ਇੱਥੇ 11 ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ, ਤਕਰੀਬਨ ਸਾਲ ਹੋਣ ਵਾਲਾ ਕੁਝ ਦਿਨ ਬਾਕੀ ਹੈ। ਉਸ ਤੋਂ ਪਹਿਲਾਂ ਐਲਾਨ ਹੁੰਦਾ ਪ੍ਰਧਾਨ ਮੰਤਰੀ ਮੋਦੀ ਦਾ ਤੇ ਉਹ ਆਖਦੇ ਆ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਨ ਵਾਲੇ ਹਾਂ। ਕਿਸਾਨ ਹਾਲੇ ਕੀ ਇਹਨਾਂ ਚੀਜ਼ਾਂ ਦੇ ਉੱਤੇ ਉਮੀਦ ਜਤਾ ਪਾ ਰਹੇ ਆ ਕਿ ਭਰੋਸਾ ਕਰ ਪਾ ਰਹੇ ਨੇ, ਇਹ ਜ਼ਰੂਰ ਜਾਣਾਂਗੇ। ਬਾਕੀ ਕਿਸਾਨਾਂ ਦੇ ਨਾਲ ਗੱਲਬਾਤ ਵੀ ਹੋਈ ਹੈ, ਕਿਸਾਨ ਆਗੂਆਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਔਰ ਹੋਰ ਵੀ ਬਹੁਤ ਸਾਰੇ ਸਵਾਲ ਹੋਣਗੇ, ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਨੇ। ਮਾਨਸਾ ਸਾਹਿਬ, ਪ੍ਰਧਾਨ ਮੰਤਰੀ ਮੋਦੀ ਨੇ ਤਾਂ ਹੁਣ ਕਹਿ ਦਿੱਤਾ ਹੈ, ਇਸ ਗੱਲ ਦੀ ਉਡੀਕ ਬਹੁਤ ਚਿਰ ਤੋਂ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਆਖ ਦੇਣ ਕਿ ਇਹ ਖੇਤੀ ਕਾਨੂੰਨ ਰੱਦ ਹੋ ਰਿਹਾ ਹੈ ਤੇ ਅਸੀਂ ਤਲੀਆਂ ਤੇ ਚੱਕ ਲਾਂਗੇ। ਭਰੋਸਾ ਬਣ ਗਿਆ ਜਾਂ ਫਿਰ ਹਾਲੇ ਵੀ ਨਹੀਂ ਬਣਿਆ? ਇਸ ਸਵਾਲ ਦਾ ਜਵਾਬ ਦੇ ਦਿਓ। ਕੋਈ ਕਾਨੂੰਨ ਜਦੋਂ ਬਣਦਾ ਤੇ ਜਾਂ ਉਸ ਚੀਜ਼ ਨੂੰ ਰੱਦ ਕੀਤਾ ਜਾਂਦਾ ਉਹਦੀ ਪ੍ਰਕਿਰਿਆ ਹੁੰਦੀ ਹੈ। ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਪਾਰਲੀਮੈਂਟ ਦਾ ਇਜਲਾਸ ਸੱਦਿਆ, ਉਹਦੇ ਵਿੱਚ ਪਾਸ ਕੀਤਾ, ਰਾਸ਼ਟਰਪਤੀ ਨੇ ਉਹਦੇ ਸਾਈਨ ਕੀਤੇ, ਤਿੰਨੇ ਕਾਨੂੰਨ ਪੱਕ ਗਏ। ਅਸੀਂ ਉਹ ਤੇ ਸੰਘਰਸ਼ ਵਿੱਢਤਾ ਵੀ ਇਹ ਨਹੀਂ ਲਾਗੂ ਹੋਣੇ ਚਾਹੀਦੇ। ਸਾਨੂੰ ਮੇਰਾ ਖਿਆਲ ਪੰਜਾਬ ਵਾਲਿਆਂ ਦਾ ਘੱਟੋ ਘੱਟ 14 ਮਹੀਨੇ ਵਾਂਗੂ ਹੋ ਚੱਲਿਆ ਜਿਹੜੇ ਪੰਜਾਬ ਦੇ ਉੱਤਰੇ ਹੋਏ ਅੰਦੋਲਨ ਦੇ ਵਿੱਚ। ਇੱਥੇ ਸਾਨੂੰ 12 ਮਹੀਨੇ ਪੂਰੇ ਹੋਣ ਜਾ ਰਹੇ ਨੇ। ਹੁਣ ਵੀ ਪ੍ਰਕਿਰਿਆ ਨਾ ਇਕੱਲੇ ਨਾਲ ਪ੍ਰਧਾਨ ਮੰਤਰੀ ਦੇ ਨਾਲ ਕਾਨੂੰਨ ਬਣੇ ਸੀਗੇ। ਉਦੋਂ ਪ੍ਰਕਿਰਿਆ ਪ੍ਰਧਾਨ ਮੰਤਰੀ ਨੇ ਐਲਾਨ ਕਰਤਾ ਵੀ ਅਸੀਂ ਕਾਨੂੰਨ ਰੱਦ ਕਰਨ ਜਾ ਰਹੇ ਹਾਂ। ਉਦੋਂ ਬਾਅਦ ਉਹਨੂੰ ਬਾਕਾਇਦੇ ਕੈਬਨਿਟ ਦੀ ਮੀਟਿੰਗ ਸੱਦਣੀ ਪਊਗੀ, ਉੱਥੇ ਮਤਲਬ ਨੋਟੀਫਿਕੇਸ਼ਨ ਜਾਰੀ ਕਰਨਾ ਪਊਗਾ, ਫਿਰ ਇਹਨੂੰ ਪਾਰਲੀਮੈਂਟ ਦਾ ਇਜਲਾਸ ਸੱਦ ਕੇ ਉੱਥੇ ਇਹਨਾਂ ਨੂੰ ਰੱਦ ਕਰਨਾ ਪਊਗਾ, ਫਿਰ ਇਹ ਰਾਸ਼ਟਰਪਤੀ ਕੋਲ ਜਾਣਗੇ, ਉਹ ਸਾਈਨ ਕਰੂਗਾ, ਆਪਾਂ ਯਕੀਨ ਉਦੋਂ ਕਰਾਂਗੇ। ਆਹੀ ਗੱਲ ਹੈ। ਹਾਲੇ ਤੱਕ ਯਕੀਨ ਨਹੀਂ। ਕੱਚੀ ਗੱਲ ਤੇ ਕਿਉਂ ਯਕੀਨ ਕਰਾਂਗੇ? ਜਿਹੜੀ ਪ੍ਰਕਿਰਿਆ 'ਚ ਜਿੱਥੋਂ ਤੱਕ ਜੀ ਆਏ ਲੰਘ ਕੇ ਉਵੇਂ ਚ ਘੁਰ ਜਾਣ ਯਕੀਨ ਕਰਾਂਗੇ। ਉਦੋਂ ਗਾਹਾਂ ਸਾਡੀਆਂ ਮੰਗਾਂ ਨਹੀਂ ਹੈਗੀਆਂ, ਜਿਹੜੀਆਂ ਦੂਜੀਆਂ ਮੰਗਾਂ ਰਹੀਆਂ। ਇਹ ਪ੍ਰਧਾਨ ਮੰਤਰੀ ਦੀ ਹੀ ਸਿਆਣਪ ਹੋਊ ਜੋ ਐਡੀਆਂ ਮੰਗਾਂ ਸਾਡੀਆਂ ਤਿੰਨ ਮੰਗਾਂ ਗਿਣਦਾ, ਤਿੰਨ ਕਾਨੂੰਨਾਂ ਨੂੰ ਇਹ ਮੰਗਾਂ ਮੰਨ ਗਿਆ ਤਾਂ ਛੋਟੀਆਂ ਮੰਗਾਂ 'ਚ ਉਹ ਕਿਉਂ ਕੋਲੇ ਖੜਾ ਰੱਖੇ? ਸਰਕਾਰੀ ਖਰੀਦ ਦਾ ਐਲਾਨ ਕਰਨਾ, ਉਹ ਐਲਾਨ ਕਰਦੇ, ਕੈਬਨਿਟ ਹੀ ਕਰਦੇ। ਸਾਡਾ ਸ਼ਹੀਦਾਂ ਨੂੰ ਮੁਆਵਜ਼ਾ ਦੇਣਾ ਹੈਗਾ, ਉਹ ਕਰਦੇ। ਸਾਡੇ ਦੇ ਪਰਚੇ ਦਰਜ ਨੇ ਉਹ ਨਾਲ ਰੱਦ ਕਰਦੇ, ਜਾਂ ਜੇ ਕੁਛ ਵੀ ਮਤਲਬ ਹੋਰ ਮੰਗਾਂ ਜਿਹੜੀਆਂ ਰਹਿੰਦੀਆਂ ਉਹਨਾਂ ਨਾਲ ਜੋੜ ਕੇ ਨਿਬੇੜਦੇ, ਠੀਕ ਹੈ। ਫਿਰ ਅਸੀਂ ਇਹ ਸੋਚ ਲਾਂਗੇ ਵੀ ਹਾਂ ਨੋਟੀਫਿਕੇਸ਼ਨ ਸਾਰੀਆਂ ਦਾ ਹੋ ਗਿਆ ਤੇ ਹੁਣ ਪਾਰਲੀਮੈਂਟ ਦਾ ਇਜਲਾਸ ਸੱਦਣਗੇ, ਉਹਨਾਂ ਦਿਨ ਰਹਾਂਗੇ ਜਿੱਦੇ ਇਜਲਾਸ ਦੇ ਵਿੱਚ ਉਹ ਸਾਰਾ ਕੁਝ ਸਿਰੇ ਚੜ ਜਾਊਗਾ। ਅਸੀਂ ਆਪਦਾ ਜੁੱਲੀ ਤੋਂ ਚੱਕਾਂਗੇ, ਨਾਰੇ ਲਾਉਂਦੇ ਆਪਣੀਆਂ ਸਟੇਟਾਂ ਨੂੰ ਭਰਨ ਜਾਵਾਂਗੇ। ਗੁਰਪੁਰਬ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕਰਨ ਅਸੀਂ ਜਾ ਰਹੇ ਹਾਂ। ਕਿ ਲੱਗਦਾ ਨਹੀਂ ਕਿ ਜੇ MSP ਵਾਲੇ ਮਸਲੇ ਦਾ ਉਹਨਾਂ ਨੇ ਹੱਲ ਕਰਨਾ ਹੁੰਦਾ ਤੇ ਫਿਰ ਉਸੇ ਦਿਨ ਹੀ ਐਲਾਨ ਕਰ ਦਿੰਦੇ, ਫਿਰ ਪੇਚ ਜਿਹੜਾ ਉਹ ਨਹੀਂ ਫਸਣਾ ਸੀਗਾ। ਕੁੰਡੀ ਰੱਖ ਗਈ ਹੈ ਸਰਕਾਰ। ਨਹੀਂ, ਇਹ ਜਦੋਂ ਸਾਡੀ ਅਕਤੂਬਰ ਨਾਲ 11 ਮੀਟਿੰਗਾਂ ਚੱਲੀਆਂ, ਇਹ ਉਹਨਾਂ ਨੇ ਪਹਿਲਾਂ ਹੀ ਆ ਕੇ ਕਹਿਤਾ ਸੀਗਾ ਵੀ ਤੁਹਾਡੀਆਂ ਤਿੰਨੇ ਚਾਰੇ ਮੰਗਾਂ ਅਸੀਂ ਮੰਨ ਲੈਂਦੇ ਹਾਂ। ਬਿਜਲੀ ਐਕਟ ਤੇ ਆਪਣਾ ਪਰਾਲੀ ਐਕਟ, ਖਰੀਦ ਦਾ ਕਾਫੀ ਤੱਕ ਹਾਂ ਕਰ ਗਏ ਜੀ। ਉਹ ਅਸੀਂ ਕਿਹਾ ਜੀ ਪਹਿਲਾਂ ਤਿੰਨਾਂ ਦਾ ਕੁਛ ਅਸੀਂ ਇਹ ਝੜੇ ਹੋਏ ਸੀ। ਸਾਨੂੰ ਤਾਂ ਲੱਗਦਾ ਵੀ ਉਹ ਜਿਹੜੀ ਮੰਗਾਂ ਤਿੰਨੇ ਚਾਰੇ ਮੰਨੀ ਬੈਠੇ ਨੇ। MSP ਵਾਲੇ ਤੇ ਕਿੰਨੀ ਕੁ ਹਾਂ ਕਰ ਗਏ ਸੀ? ਤੁਸੀਂ ਕਿਹਾ ਥੋੜੀ ਬਹੁਤੀ ਹਾਂ ਕਰ ਗਏ ਸੀ, ਕੀ ਕੁਝ ਆਖਿਆ ਸੀਗਾ? ਕਿਹਦੇ ਤੇ ਸਹਿਮਤੀ ਜਿਹੜੀ ਬਣ ਰਹੀ ਸੀ? ਉਦੋਂ ਸਹਿਮਤੀ ਬਣਦੀ ਵੀ ਖਰੀਦ ਤੇ ਅਸੀਂ ਕਮੇਟੀ ਬਣਾ ਦਿੰਦੇ ਹਾਂ, ਠੀਕ ਹੈ ਨਾ ਗੱਲ। ਉਹ ਹੁਣ ਵੀ ਆ ਸਕਦੇ ਨੇ ਵੀ ਇਹਦੀ ਕਮੇਟੀ ਬਣਾ ਦਿੰਦੇ ਆ। ਫਿਰ ਇਹ ਸੰਯੁਕਤ ਮੋਰਚੇ ਨੇ ਸੋਚਣਾ, ਰੁਲਦੂ ਸਿੰਘ ਦੇ ਬਾਰੇ ਇਕੱਲਾ ਕੁਝ ਨਹੀਂ ਕਹਿ ਸਕਦਾ ਵੀ ਅਸੀਂ ਕਮੇਟੀ ਮੰਨਣੀ ਹੈ ਕਿ ਨਾ ਮੰਨਣੀ ਹੈ। ਉਹ ਸੰਯੁਕਤ ਮੋਰਚੇ ਦੇ ਵਿੱਚ ਪਾਸ ਉਦੋਂ ਮੰਨਣ ਤੇ ਤਿਆਰ ਹੋ ਗਏ ਸੀ। ਹੁਣ ਨਹੀਂ ਨਾ ਬਿਲਕੁਲ ਜਵਾਬ ਦਿੱਤੇ ਸੀ। ਅਸੀਂ ਕੋਈ ਗੱਲ ਹੀ ਨਹੀਂ ਕਰਨੀ। ਉਦੋਂ ਨਾ ਅਸੀਂ ਕਮੇਟੀ ਤੇ ਗੱਲ ਕਰਨੀ, ਨਾ ਬਿਜਲੀ ਐਕਟ ਤੇ ਗੱਲ ਕਰਨੀ ਹੈ, ਨਾ ਅਸੀਂ ਪਰਾਲੀ ਐਕਟ ਤੇ ਕਰਦੇ, ਪਹਿਲਾਂ ਤਿੰਨਾਂ ਤੇ ਕਰਨੀ ਹੈ। ਪਹਿਲਾਂ ਤਿੰਨਾਂ ਨੂੰ ਰੱਦ ਕਰੋ। ਉਹ ਤਿੰਨੇ ਉਹਨੇ ਕਹਿਤਾ ਮੈਂ ਰੱਦ ਕਰੂੰਗਾ, ਜੇ ਗੱਲ ਚੱਲ ਪਈ। ਹੁਣ ਗਾਹਾਂ ਵਾਲੀ ਤੇ ਕੀ ਬਣਦਾ ਹੈਗਾ ਉਹ ਆਪਾਂ ਹਾਂ ਇੱਕ ਸੋ ਮੈਂ ਗੱਲ ਕਹਿਣੀ ਚਾਹੁੰਦਾ, ਸਾਡੇ ਜਿਹੜੇ ਪ੍ਰੋਗਰਾਮ ਨੇ ਜਿਉਂਤੇ ਤੇ ਉਹਨੇ 22 ਵਾਲਾ ਨਖਰੋ ਰੈਲੀ ਜਿਉਂਤੇ ਤੇ ਉਹ ਹੈ ਤੇ 26 ਵਾਲਾ ਉਹ ਲੋਕਾਂ ਨੂੰ ਸੱਦਣਾ ਵੀ ਇੱਥੇ ਆ ਜਾਓ, ਤੇ 29 ਵਾਲਾ
ਉਹ ਤੋਂ ਪਹਿਲਾਂ 27 ਤਰੀਕ ਦੀ ਮੀਟਿੰਗ ਆ ਤੇ ਇਹਨਾਂ ਨੇ ਕੈਬਨਿਟ ਦੀ ਮੀਟਿੰਗ 24 ਮੇਰਾ ਖਿਆਲ ਸੱਦੀ ਹੋਈ ਹੈ। ਉਹ ਜੇ ਕੀ ਤਬਦੀਲੀਆਂ ਕਰਦੇ ਨੇ, ਜੇ ਕੁਝ ਤਬਦੀਲੀਆਂ ਕਰਨਗੇ ਸ਼ਾਇਦ 27 ਨੂੰ ਸਾਡੀ ਮਾੜੀ ਮੋਟੀ ਤਬਦੀਲੀ ਹੋ ਸਕਦੀ ਹੈ। ਤੁਸੀਂ 11 ਮੀਟਿੰਗਾਂ ਕੀਤੀਆਂ, ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਿਹੜਾ ਆਪਣਾ ਵਫਦ ਭੇਜਿਆ ਜਾਂਦਾ ਸੀਗਾ, ਉਹਨਾਂ ਦੇ ਜਿਹੜੇ ਮੰਤਰੀ ਸੀਗੇ ਉਹਨਾਂ ਦੇ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਉਹਨਾਂ ਦੇ ਵਿੱਚੋਂ ਇੱਕ ਸੀ। ਜਦੋਂ ਹੁਣ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਆਖਿਆ ਕਿ ਅਸੀਂ ਇਹਨਾਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਕਿ ਇਹ ਖੇਤੀ ਕਾਨੂੰਨ ਬਹੁਤ ਫਾਇਦੇ ਵਾਲੇ ਆ। ਜਿਹੜੀਆਂ 11 ਮੀਟਿੰਗਾਂ ਹੋਈਆਂ ਸੀਗੀਆਂ, ਤੁਸੀਂ ਉਹਨਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਏ ਸੀਗੇ ਕਿ ਖੇਤੀ ਕਾਨੂੰਨ ਜਿਹੜੇ ਤੁਸੀਂ ਬਣਾਏ ਆ ਸਾਡੇ ਫਾਇਦੇ ਲਈ, ਇਹ ਕਾਲੇ ਕਾਨੂੰਨ ਨੇ, ਇਹ ਸਾਡੇ ਲਈ ਚੰਗੇ ਨਹੀਂ ਹੈਗੇ, ਇਹ ਰੱਦ ਕਰ ਦਿਓ, ਜਾਂ ਫਿਰ ਉਦੋਂ ਵੀ ਨਹੀਂ ਸਮਝਾ ਸਕੇ ਸੀ, ਅੱਜ ਜਿਹੜੀ ਗੱਲ ਉਹ ਕਹਿ ਰਹੇ ਆ? ਅਸੀਂ ਉਹਨਾਂ ਨੂੰ ਸਾਰਾ ਕੁਝ ਸਮਝਾਤਾ ਸੀ ਤੇ ਸਾਡੀ ਸਾਰੀ ਉਹ ਗੱਲ ਸਮਝ ਗਈ ਸੀ। ਠੀਕ ਹੈ ਨਾ ਗੱਲ, ਨਾ ਸਾਨੂੰ ਪ੍ਰਧਾਨ ਮੰਤਰੀ ਸਮਝਾ ਸਕੇ, ਨਾ ਸਾਨੂੰ ਤੋਮਰ ਸਮਝਾ ਸਕੇ। ਇੱਕ ਸਾਡੀ ਸਮਝ ਬਣੀ ਹੋਈ ਹੈ। ਸਾਡੀ ਕਈ ਵਾਰ ਆਪ ਚ ਬਹਿਨ ਚੱਲ ਪਾਉਂਦੀ ਹੈ। ਸਾਡਾ ਇੱਕ ਸਾਥੀ ਦੂਜਾ ਨੂੰ ਸਮਝਾਉਣਾ ਕੋਟ ਕਰਦਾ, ਫਿਰ ਤੂੰ ਐਂ ਬਹੁਤ ਹੁੰਦੇ ਆ। ਇਹ ਸਾਥੀ ਦੇ ਆਪਦੇ ਵਿਚਾਰ ਨੇ, ਤੂੰ ਇਹਨੂੰ ਨਹੀਂ ਸਮਝਾ ਸਕਦਾ, ਬਹਿ ਜਾ, ਬਾਲੀ ਬਹਿਸ ਕਰਨ ਦੀ ਲੋੜ ਨਹੀਂ ਗੀ। ਠੀਕ ਹੈ ਨਾ ਗੱਲ ਵੀ, ਸਾਨੂੰ ਠੀਕ ਹੈ, ਇਸ ਗੱਲ ਦੀ ਖੁਸ਼ੀ ਵੀ ਹੈ ਜੇ ਪ੍ਰਧਾਨ ਮੰਤਰੀ ਨੇ ਇਹ ਕਦਮ ਚੁੱਕੇਗਾ ਵੀ ਕੁਛ ਨਾ ਕੁਛ ਸਾਡੀ ਗੱਲ ਲਵੇ ਲੱਗਣ ਜਾ ਰਹੀ ਹੈ। ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹੋ। ਹਾਂ, ਸਾਡਾ ਸੰਘਰਸ਼ 'ਚ ਲੜਨੇ ਲੋਕਾਂ ਦਾ ਕਦੇ ਪੂਰਾ ਨੁਕਸਾਨ ਨਹੀਂ ਹੋਊਗਾ ਤੇ ਨਾ ਨੁਕਸਾਨ ਹੋਣਾ ਤੇ ਨਾ ਅਸੀਂ ਨੁਕਸਾਨ ਮੰਨਦੇ ਹਾਂ। ਸਰਕਾਰ ਦਾ, ਭਾਰਤੀ ਜਨਤਾ ਪਾਰਟੀ ਦਾ ਰਾਜਨੀਤਿਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ। ਹਰ ਇੱਕ ਥਾਂ ਦਾ ਨੁਕਸਾਨ ਹੋਇਆ ਜਿੱਥੇ ਵੀ ਵੋਟਾਂ ਪਈਆਂ ਨਹੀਂ ਆ। ਫਿਰ ਉਹਨੇ ਇਹ ਕਦਮ ਚੁੱਕਿਆ ਹੈਗਾ ਵੀ ਹੁਣ ਮੈਨੂੰ ਪਿੱਛੇ ਹਟ ਜਾਣਗੇ। ਕੁਝ ਲੋਕ ਤਾਂ ਇਹ ਕਹਿੰਦੇ ਕਿ ਐਮਐਸਪੀ ਦੀ ਲੜਾਈ ਫਿਰ ਪੰਜਾਬ ਤੇ ਹਰਿਆਣੇ ਨੇ ਕਿਉਂ ਲੜਦੀ ਹੈ, ਕਿਉਂਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਤੇ ਐਮਐਸਪੀ ਲਾਗੂ ਹੈ, ਬਾਕੀ ਸੂਬਿਆਂ ਦਾ ਜੇ ਮਸਲਾ ਹੈਗਾ ਤੇ ਉਹਦੇ ਲਈ ਕਮੇਟੀ ਬਣ ਜੂਗੀ, ਬਾਅਦ ਦੇ ਵਿੱਚ ਇਹ ਹੱਲ ਹੋ ਜਾਊਗਾ। ਇਹ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕਹਿੰਦੇ ਸੀਗੇ ਤੇ ਉਹ 3 ਤਾਂ ਕਰ ਦਿੱਤੇ ਆ, ਬਾਕੀ ਛੋਟੇ-ਮੋਟੇ ਮਸਲੇ ਉਹ ਫਿਰ ਹੁੰਦੇ ਰਹਿਣਗੇ। ਪੰਜਾਬ ਹਰਿਆਣਾ 'ਚ ਇੱਕ ਪਾਲਿਸੀ ਹੈ, ਕਾਨੂੰਨ ਨਹੀਂ ਹੈਗਾ। ਹੁਣ ਅਸੀਂ ਭਾਰਤ ਦੇ ਵਿੱਚ ਕਾਨੂੰਨ ਬਣਾਉਣਾ ਚਾਹੁੰਦੇ ਹਾਂ ਵੀ ਸਰਕਾਰੀ ਖਰੀਦ ਦਾ ਕਾਨੂੰਨ ਬਣੇ। ਪਾਲਿਸੀ ਤਾਂ ਜਦੋਂ ਮਰਜ਼ੀ ਵਾਪਸ ਲੈ ਲਓ, ਉਹ ਹਰਿਆਣੇ ਚੋਂ ਪੰਜਾਬ ਚੋਂ ਜੋ ਮਰਜ਼ੀ ਵਾਪਸ ਲੈ ਲੈਣ। ਅੱਜ ਸਾਡੀ ਲੜਾਈ ਇਹਨਾਂ ਸਿਖਰਾਂ ਤੇ ਹੈ ਕਿ ਜੇ ਅਸੀਂ ਕਾਨੂੰਨ ਬਣਵਾ ਜਾਂਦੇ ਹਾਂਗੇ, ਜੇ ਫਿਰ ਸਾਨੂੰ ਪਿੱਛੇ ਹਟਣਗੇ ਫਿਰ ਅਸੀਂ ਕੋਰਟ ਜਾ ਕੇ ਉਹਦਾ ਹੱਕ ਲੈ ਸਕਦੇ ਹਾਂਗੇ ਜੇ ਕਾਨੂੰਨ ਬਣ ਜੇ। ਬਹੁਤ ਲੇਬਰ ਦੇ ਕਾਨੂੰਨ ਬਣੇ ਹੋਏ ਨੇ, ਹੋਰ ਲੋਕਾਂ ਦੇ ਮੁਲਾਜ਼ਮਾਂ ਦੇ ਕਾਨੂੰਨ ਬਣੇ ਹੋਏ ਨੇ ਵੀ ਉਹ ਜਾ ਕੇ ਕੋਰਟ 'ਚ ਲੜਦੇ। ਜੇ ਸਾਡਾ ਖਰੀਦ ਦਾ ਕਾਨੂੰਨ ਬਣ ਜਾਂਦਾ ਹੈਗਾ, ਇਹ ਸਾਡੇ ਉਹ ਕਿਸਾਨਾਂ ਨੂੰ ਭੁਲੇਖਾ ਹੈ ਜਿਹੜੇ ਕਹਿੰਦੇ ਨੇ ਸਾਡੀ ਤਾਂ ਚੱਲੀ ਜਾਂਦੀ ਹੈ ਖਰੀਦ, ਨਹੀਂ ਹੈਗੀ। ਉਹ ਇੱਕ ਪਾਲਿਸੀ ਆ, ਪਾਲਿਸੀ ਜਦੋਂ ਮਰਜ਼ੀ ਵਾਪਸ ਲੈਣ। ਅੱਜ ਉਹ ਕਾਨੂੰਨ ਪਾਸ ਕਰਾਵਾਂਗੇ। ਪਾਲਿਸੀ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਉਹਦੇ ਮੁਤਾਬਕ ਕੀ ਫਸਲਾਂ ਦੇ ਰੇਟ ਜਿਹੜੇ ਐਮਐਸਪੀ ਦੇ ਮੁਤਾਬਕ ਮਿਲਦੇ ਆ ਜਾਂ ਉਹ ਵੀ ਨਹੀਂ ਮਿਲਦੇ? ਹਰਿਆਣੇ ਤੇ ਪੰਜਾਬ 'ਚ ਮਿਲਦੇ ਨੇ, ਜਿੰਨਾ ਸਰਕਾਰ ਭਾਅ ਨਾਲ ਰੱਦ ਕਰ ਦਿੰਦੀ ਹੈ, ਤੇ ਦੂਜੀਆਂ ਸਟੇਟਾਂ 'ਚ ਨਹੀਂ ਮਿਲਦੇ। ਸਾਰੀਆਂ ਫਸਲਾਂ ਤੇ ਪੰਜਾਬ 'ਚ ਅਸੀਂ ਇੱਕ ਲੱਖ ਤਾਂ ਕਣਕ ਤੇ, ਇੱਕ ਝੋਨੇ ਤੇ, ਨਰਮੇ ਤੇ ਅਸੀਂ ਲੜ ਕੇ ਲੈਂਦੇ ਹਾਂ। ਅਸੀਂ ਲੈਂਦੇ ਹਾਂ ਜਿੰਨਾ ਉਹਨਾਂ ਨੇ ਐਲਾਨ ਕਰਿਆ ਹੁੰਦਾ ਹੈਗਾ, ਅਸੀਂ ਆਏ ਸਾਲ ਉਹਨਾਂ ਭਾਅ ਲੈਂਦੇ ਹਾਂ। ਅਸੀਂ ਜਿਹੜੇ ਜਥੇਬੰਦੀਆਂ ਉਹਦੀ ਸੰਘਰਸ਼ ਕਰ ਰਹੇ ਨੇ ਉਸੇ ਭਾਅ ਤੇ ਲੈ ਜਾਂਦੇ ਹਾਂ। ਹੁਣ ਜਿਹੜੇ ਕਿਸਾਨ ਤੁਹਾਡੇ ਇੱਥੇ ਸਾਥ ਦੇ ਰਹੇ ਨੇ, ਜਿਹੜੇ ਕਿਸਾਨ ਇਸ ਖੇਤੀ ਕਾਨੂੰਨਾਂ ਦੇ ਖਿਲਾਫ ਇੱਥੇ ਲੜਾਈ ਲੜ ਰਹੇ ਆ ਵੱਖ-ਵੱਖ ਸਰਹੱਦਾਂ ਤੇ, ਕਿੰਨੀ ਕੁ ਦੇਰ ਦੀ ਉਮੀਦ ਜਤਾਉਣੇ ਉਹਨਾਂ ਨੂੰ ਕਿ ਭਾਈ ਇੰਨੇ ਸਮੇਂ ਤੱਕ ਅਸੀਂ ਤੁਹਾਨੂੰ ਆਪਣੇ ਘਰਾਂ ਨੂੰ ਲੈ ਜਾਾਂਗੇ? ਦੇਖੋ ਮੇਰੀ ਗੱਲ ਸੁਣੋ, ਇਹ ਤਾਂ ਪਤਾ ਜਾਦੇ ਮੋਦੀ ਨੂੰ। ਹੁਣ ਮੋਦੀ 2 ਕਰਮਾਂ ਪਿੱਛੇ ਹਟ ਜੇ ਫਿਰ ਤਾਂ ਸੰਘਰਸ਼ ਚੱਲੂਗਾ ਬਾਈ ਚਾਂਸ। ਇਹਨਾਂ ਦਾ ਸਰਕਾਰਾਂ ਦਾ ਕੀ ਪਤਾ ਹੁੰਦਾ ਕਦੋਂ ਕੀ ਕਦਮ ਚੁੱਕ ਜਾਣ, ਤੇ ਜੇ ਨਿਬੜ ਗਿਆ ਜਿਹਦੇ ਫਿਰ ਅਸੀਂ ਲੋਕਾਂ ਤੋਂ ਬਾਹਰ ਕਿੱਥੇ ਕੀ ਕਰਨਾ। ਇਤਿਹਾਸ ਕਰਦੇ ਮੇਰਾ ਖਿਆਲ ਹੈ ਵੀ ਪਾਰਲੀਮੈਂਟ ਦੇ ਜਲਾਸ ਚ ਗੱਲ ਨਿਬੜ ਜੂਗੀ, ਅਸੀਂ ਘਰਾਂ ਚਲੇ ਜਾਵਾਂਗੇ। ਕਹਿੰਦੇ ਅੰਦਰ ਖਾਤੇ ਵੀ ਕਈ ਕਿਸਾਨ ਆਗੂਆਂ ਦੀ ਗੱਲਾਂ ਬਾਤਾਂ ਹੋਈਆਂ ਸਰਕਾਰ ਨਾਲ, ਤਾਂ ਸਹਿਮਤੀ ਬਣੀ ਹੈ ਨਾ। ਮੇਰੀ ਤਾਂ ਨਹੀਂ ਹੋਈ, ਜੇ ਕਿਸੇ ਦੀ ਹੋ ਗਈ ਹੋਵੇ ਮੈਨੂੰ ਤਾਂ ਉਹ ਵੀ ਨਹੀਂ ਪਤਾ। ਮੇਰੀ ਕਿਸੇ ਨਾਲ ਗੱਲਬਾਤ ਨਹੀਂ। ਰਕੇਸ਼ ਟਕੈਤ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ, ਉਹਦੇ ਵਿੱਚ ਕੁਝ ਦਿਨ ਪਹਿਲਾਂ ਉਹਨਾਂ ਨੇ ਆਖਿਆ ਕਿ ਸਰਕਾਰ ਨਹੀਂ ਚਾਹੁੰਦੀ ਕਿ 1 ਸਾਲ ਵਾਲਾ ਟੈਗ ਉਹਨਾਂ ਦੇ ਉੱਤੇ ਲੱਗੇ, ਤੇ ਮੈਨੂੰ ਲੱਗਦਾ ਹੈ ਕਿ ਜਲਦੀ ਕਾਨੂੰਨ ਜਿਹੜੇ ਨੇ ਉਹ ਰੱਦ ਹੋ ਜਾਣਗੇ, ਜਲਦੀ ਮਸਲੇ ਦਾ ਹੱਲ ਹੋ ਜਾਏਗਾ। ਪਰ ਕੁਝ ਦਿਨਾਂ ਬਾਅਦ ਉਹ ਫੈਸਲਾ ਪ੍ਰਧਾਨ ਮੰਤਰੀ ਮੋਦੀ ਦੇ ਮੂੰਹੋਂ ਸੁਣਨ ਨੂੰ ਮਿਲ ਵੀ ਗਿਆ। ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ? ਨਹੀਂ, ਏਡੀਏ ਹੁੰਦੇ ਲੀਡਰਾਂ ਦੇ, ਇਹ ਏਡੀਏ ਹੁੰਦੇ। ਕਈ ਗੱਲ ਲਾ ਕੇ ਏਡੀਆ ਲਾ ਕੇ ਮੈਂ ਵੀ ਕਹਿ ਸਕਦਾਗਾ, ਉਹ ਜਿਹੜੀ ਏਡੀਆ ਹੁੰਦਾਗਾ ਵੀ ਜਿਹੜਾ ਅਸੀਂ ਹੁਣ ਸਾਰੇ ਤੁਹਾਨੂੰ ਏਡੀਆ ਲਾ ਕੇ ਪ੍ਰੈਸ ਨੂੰ ਹਰ ਇੱਕ ਨੂੰ ਕਹਿੰਦਾ ਵੀ ਸਰਕਾਰ ਮੰਨੂਗੀ, ਕੋਈ ਚਿੰਤਾ ਨਾ ਕਰੋ। ਕੋਈ ਮਤਲਬ ਸਰਕਾਰ ਹੁੰਦਾ ਹੀ ਹੈ ਜਿਹੜੀ ਪ੍ਰੈਸ ਸਾਡੀ ਮਦਦ ਕਰ ਜਾਊ, ਹੈ ਉਹਦੇ ਦਿਮਾਗ 'ਚ ਵੀ ਕੀ ਹੈ ਕਿਤੇ ਗੱਲ ਤਿਲਕ ਨਾ ਜਾਵੇ। ਪਰ ਅਸੀਂ ਤੁਹਾਨੂੰ ਕਹਿੰਦੇ ਚਿੰਤਾ ਨਾ ਕਰੋ, ਇਹਨੂੰ ਮੰਨਣਾ ਹੀ ਪੈਣਾ। ਤਾਂ ਮੰਨ ਉਹ ਇੱਕ ਅਲੱਗ ਚੀਜ਼ ਹੈ, ਉਹਦੇ ਟਾਈਮ ਪੀਰੀਅਡ ਨਹੀਂ ਹੈਗਾ। ਤੁਸੀਂ ਟਾਈਮ ਫਰੇਮ ਨਹੀਂ ਕੋਈ ਦਿੱਤਾ। ਤੁਸੀਂ ਕਿਹਾ ਕਿ ਇਸ ਮਸਲੇ ਦਾ ਅਸੀਂ ਹੱਲ ਕਰਾ ਕੇ ਜਾਵਾਂਗੇ, ਚਾਹੇ ਸਾਲ ਬੈਠੇ ਆ, 2 ਸਾਲ ਬੈਠੇ ਆ, 4 ਸਾਲ ਬੈਠੇ ਆ। ਉਹ ਇੱਕ ਲੰਬਾ ਟਾਈਮ ਪੀਰੀਅਡ ਸੀਗਾ, ਉਹ ਤੁਸੀਂ ਵੀ ਨਹੀਂ ਜਾਣਦੇ ਸੀਗੇ। ਪਰ ਜਦੋਂ ਇਹ ਕਿਹਾ ਜਾਂਦਾ ਕਿ 1 ਸਾਲ ਦਾ ਟੈਗ ਨਹੀਂ ਲੱਗਣਾ, ਉਸ ਤੋਂ ਪਹਿਲਾਂ ਖੇਤੀ ਕਾਨੂੰਨ ਮਸਲੇ ਦਾ ਹੱਲ ਹੋ ਜਾਊਗਾ, ਤੇ ਉਹ ਟਾਈਮ ਦੇ ਵਿੱਚ ਚੀਜ਼ ਵੱਜ ਗਈ। ਇਹਦਾ ਮਤਲਬ ਇਹ ਹੋ ਗਿਆ ਕਿ ਤੁਹਾਨੂੰ ਪੂਰਾ ਭਰੋਸਾ ਹੈ ਕਿ ਸਰਕਾਰ ਇਹ ਕਰਨ ਜਾ ਰਹੀ ਹੈ। ਖੈਰ ਮੇਰਾ ਖਿਆਲ ਹੈ ਫਿਰ ਇਹ ਤਾਂ ਟਕੈਂਸਾ ਵੀ ਜਵਾਬ ਦੇ ਸਕਦੇ ਨੇ, ਉਹਨਾਂ ਦੇ ਦਿਮਾਗ 'ਚ ਕੀ ਕਹਿ ਕੇ ਗੱਲ ਕਹੀ ਹੈ। ਪਰ ਸਾਨੂੰ ਸਾਡੇ ਲੀਡਰਾਂ ਤੇ ਭਰੋਸਾ ਹੈ, ਜੋ ਗੱਲ ਵੀ ਉਹ ਕਹਿੰਦੇ ਹੋਣਗੇ ਠੀਕ ਹੀ ਕਹਿੰਦੇ ਹੋਣਗੇ।
ਜਿਹੜੇ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਵੱਡੀ ਤਿਆਰੀ ਕਰੋ, ਹੋਰ ਵੱਡੀ ਤਿਆਰੀ ਜਿਹੜੀ ਤੁਹਾਨੂੰ ਕਰਨੀ ਪਏਗੀ, ਹੋਰ ਵੱਡੇ ਤਿਆਰ ਰਹੋ ਤੁਸੀਂ, ਉਹਦਾ ਕੀ ਮਤਲਬ ਹੋ ਗਿਆ? ਉਹ ਤਾਂ ਹਮੇਸ਼ਾ ਵਾਸਤੇ ਲੋਕਾਂ ਨੂੰ ਅਸੀਂ ਕਹਿ ਨਹੀਂ ਹੁੰਦੇ ਹਾਂ। ਅਸੀਂ ਜੇ ਮਤਲਬ ਗਿੱਦੜ ਮਾਰਨਾ ਹੋਵੇ, ਅਸੀਂ ਸ਼ੇਰ ਦੇ ਸ਼ਿਕਾਰ ਦੀ ਤਿਆਰੀ ਕਰਕੇ ਜਾਂਦੇ ਹੁੰਦੇ ਹਾਂ ਵੀ ਪੂਰੀ ਤਿਆਰੀ ਕਰ ਲਓ ਏ, ਚਲੋ ਏ, ਹਲੋ ਏ। ਇਹ ਤਾਂ ਸਾਡੇ ਗੁਰੂ ਕਹਿੰਦੇ ਸਾਨੂੰ ਸਿਖਾਇਆ। ਬੰਦਾ ਇੱਕ ਆਇਆ ਵੀ 1.25 ਲੱਖ ਆ ਗਿਆ ਵੀ ਉਹ ਲਾ ਦੋ ਜਕਾਰੇ ਲਾ ਦੋ, ਇਹ ਤਾਂ ਆਪਣਾ ਹੁੰਦਾ ਹੀ ਹੈਗਾ। ਤਿਆਰੀ ਤਾਂ ਉਹਦੀ ਵੱਡੀ ਕਰਨੀ ਪੈਂਦੀ ਹੈ ਕਿਸੇ ਸੰਘਰਸ਼ ਦੀ। ਜਦੋਂ ਕਿਸਾਨ ਅੰਦੋਲਨ ਲੜ ਰਹੇ ਸੀ, ਬਹੁਤ ਸਾਰਿਆਂ ਨੇ ਆਪਣੀਆਂ ਜਾਨਾਂ ਗਵਾਈਆਂ, ਜਿਨ੍ਹਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ। ਹੁਣ ਉਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ? ਲੱਗਦਾ ਕਿ ਕਿਸਾਨਾਂ ਨੂੰ ਹੁਣ ਖੁਸ਼ੀ ਮਨਾਉਣੀ ਚਾਹੀਦੀ ਹੈ, ਜਾਂ ਫਿਰ ਉਹਨਾਂ ਕਿਸਾਨਾਂ ਦੀ ਜਿਹੜੀ ਜਾਨ ਗਈ ਆ ਉਹਦਾ ਗਮ ਵੀ ਹੋਊਗਾ, ਉਹ ਖੁਸ਼ੀਆਂ ਨਹੀਂ ਮਨਾਈਆਂ ਜਾ ਸਕਣਗੀਆਂ ਜਿਹੜੀਆਂ ਸ਼ਾਇਦ ਜੇਕਰ ਕਿਸੇ ਦੀ ਜਾਨ ਨਾ ਜਾਂਦੀ ਤਾਂ ਫਿਰ ਮਨਾਈਆਂ ਜਾਂਦੀਆਂ? ਮੇਰਾ ਖਿਆਲ ਹੈ ਸ਼ਹੀਦੀ ਤੇ ਮਤਲਬ ਠੀਕ ਹੈ, ਦੁੱਖ ਤਾਂ ਆਉਂਦਾ ਜਿਹੜੇ ਪਰਿਵਾਰਾਂ ਦਾ ਜੀ ਚਲਿਆ ਜਾਂਦਾ ਹੈਗਾ, ਪਰ ਜਦੋਂ ਬੰਦਾ ਸ਼ਹੀਦ ਹੁੰਦਾ ਹੈ ਉਹ ਇੱਕ ਸ਼ਹੀਦਾਂ ਦੀ ਕਤਾਰ 'ਚ ਖੜ ਜਾਂਦਾ ਜਾ ਕੇ। ਠੀਕ ਹੈ ਨਾ ਗੱਲ ਵੀ ਉਹਨਾਂ ਦਾ ਸਾਨੂੰ, ਮੈਂ ਉਹਦੇ ਵੀ ਪ੍ਰੈਸ ਨੂੰ ਕਿਹਾ ਸੀਗਾ ਵੀ ਮੈਂ ਪਰਿਵਾਰਾਂ ਨਾਲ ਉਹਨਾਂ ਦਾ ਦੁੱਖ ਦਾ ਪ੍ਰਗਟਾਵਾ ਕਰਦਾ, ਪਰ ਉਸ ਪਰਿਵਾਰਾਂ ਨੂੰ ਮੈਂ ਵਧਾਈ ਵੀ ਦਿੰਦਾ ਜਿਨ੍ਹਾਂ ਨੇ ਕੁਰਬਾਨੀ ਦੇ ਕੇ ਸਾਡੀਆਂ ਮੰਗਾਂ ਮਤਲਬ ਸਿਰੇ ਲਾਈਆਂ, ਸਾਡਾ ਅੰਦੋਲਨ ਜਿੱਤ ਵੱਲ ਲਗਾਏ ਨੇ, ਉਹ ਵਧਾਈ ਦੇ ਪਾਤਰ ਨੇ। ਹੁਣ ਇਸ ਜੇ ਸੰਘਰਸ਼ ਦੀ ਪਿੱਠ ਭੂਮੀ ਦੇਖੀਏ, 26 ਜਨਵਰੀ ਨੂੰ ਜੋ ਕੁਝ ਵਾਪਰਿਆ ਜਾਂ ਹੋਰਨਾਂ ਥਾਵਾਂ ਤੇ ਜਿੱਥੇ ਵੀ ਪ੍ਰਦਰਸ਼ਨ ਹੁੰਦੇ ਰਹੇ, ਸਰਕਾਰਾਂ ਦੇ ਨਾਲ ਮੱਥਾ ਲਾਇਆ, ਉਹਨਾਂ ਉੱਤੇ ਮਾਮਲੇ ਵੀ ਦਰਜ ਹੋਏ ਆ। ਜਦੋਂ 26 ਦੀ ਘਟਨਾ ਵਾਪਰੀ ਸੀ ਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਪੱਲਾ ਝਾੜ ਲਿਆ, ਇਹ ਕਹਿੰਦੇ ਕਿ ਸਾਡੇ ਨਾਲ ਦੇ ਨਹੀਂ ਹੈਗੇ, ਉੱਥੇ ਪਤਾ ਨਹੀਂ ਇਹਨਾਂ ਨੂੰ ਕੌਣ ਲੈ ਕੇ ਗਿਆ, ਉੱਥੇ ਕੌਣ ਵਰਗਲਾ ਕੇ ਇਹਨਾਂ ਨੂੰ ਲੈ ਕੇ ਗਿਆ। ਉਹਦੇ ਵਿੱਚ ਜਿਹੜਾ ਦੀਪ ਸਿੱਧੂ ਦਾ ਨਾਮ ਵੀ ਆਉਂਦਾ ਸੀਗਾ, ਕੁਝ ਹੋਰਨਾਂ ਲੋਕਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਸੀਗਾ, ਜਿਹੜੀ ਇੱਕ ਜਥੇਬੰਦੀ ਤੁਹਾਡੇ ਤੋਂ ਅਲੱਗ ਬੈਠੀ ਹੈ ਉਹਦਾ ਨਾਮ ਵੀ ਲਿਆ ਜਾਂਦਾ ਸੀਗਾ। ਹੁਣ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਹੋਏ ਨੇ, ਕੀ ਉਹਨਾਂ ਦੇ ਨਾਲ ਅੱਜ ਤੁਸੀਂ ਖੜੋਗੇ ਜਾਂ ਫਿਰ ਉਹਨਾਂ ਨੂੰ ਹਾਲੇ ਵੀ ਤੁਸੀਂ ਪਾਸੇ ਰੱਖਿਆ ਹੋਇਆ ਕਿ ਠੀਕ ਆ ਉਹ ਆਪਣੀ ਗਲਤੀ ਜਿਹੜੀ ਆ ਉਹ ਭੁਗਤ ਰਹੇ ਆ, ਸਾਡਾ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ? ਦੇਖੋ, ਅੰਦੋਲਨ ਦੇ ਵਿੱਚ ਵੱਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਜਦੋਂ ਅਖੀਰ ਤੇ ਅੰਦੋਲਨ ਜਿੱਤਣ ਵੱਲ ਜਾਂਦਾ ਹੁੰਦਾ ਹੈਗਾ, ਜਿੱਤਦੇ ਹੁੰਦੇ ਆ, ਉਹ ਘਟਨਾਵਾਂ ਭੁੱਲਣੀਆਂ ਚਾਹੀਦੀਆਂ, ਛੱਡ ਦੇਣੀਆਂ ਚਾਹੀਦੀਆਂ ਨੇ। ਅਸੀਂ ਕਿਸੇ ਤੇ ਵੀ ਕਿਸੇ ਤਰੀਕੇ ਦਾ ਪਰਚਾ ਦਰਜ, ਨਾ ਨਹੀਂ ਮੈਂ ਲਊਂਗਾ, ਕਿਸੇ ਦੇ ਵੀ ਕਿਸੇ ਤਰੀਕੇ ਦਾ ਅੰਦੋਲਨ ਦੇ ਵਿੱਚ ਪਰਚਾ ਦਰਜ ਹੋਇਆ, ਉਹਦਾ ਹਰ ਇੱਕ ਦਾ ਮਤਲਬ ਪਰਚੇ ਤੋਂ ਕੈਂਸਲ ਹੋਣਾ ਚਾਹੀਦਾ, ਉਹ ਪਰਚੇ ਚੋਂ ਬਰੀ ਹੋਣਾ ਚਾਹੀਦਾ। ਅਸੀਂ ਹਰ ਇੱਕ ਵਾਸਤੇ ਕਾਮਨਾ ਕਰਦੇ ਹਾਂ, ਹਰ ਇੱਕ ਦੀ ਮੰਗ ਕਰਾਂਗੇ। ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਦੇ, ਜੇ ਕਹਿ ਦਈਏ ਗੁਰੂ ਕਹਿੰਦੇ, ਜਿਨ੍ਹਾਂ ਨੇ ਕਹਿੰਦੇ ਸੀ ਨਾਲੇ ਸਿੱਖਾਂ ਦੇ ਮੱਲਬ ਲਾਉਂਦਾ ਸੀ, ਸਾਡਾ ਖਾਲਸਾ ਹੋ ਪੱਟੀ ਕਰਦਾ ਸੀ, ਪਾਣੀ ਪਿਆਉਂਦਾ ਸੀ ਤੇ ਵਿੱਚੋਂ ਦੁਸ਼ਮਣਾਂ ਨੂੰ ਪਿਆਉਂਦਾ ਸੀਗਾ। ਐਡੇ ਤਾਂ ਸਾਡੀ ਕੋਈ ਦੁਸ਼ਮਣੀ ਕਿਸੇ ਨਾਲ ਹੈ ਹੀ ਨਹੀਂ ਗੀ। ਅਸੀਂ ਸਾਡੇ ਇੰਨਾ ਕਹਿੰਦਾ ਚ ਕੀ ਹਰਜ ਹੈ ਵੀ ਸਾਰਿਆਂ ਦੇ ਪਰਚੇ ਦੇ ਖਾਰਜ ਹੋਣੇ ਚਾਹੀਦੇ ਨੇ, ਸਾਰਿਆਂ ਦਾ ਨਿਬੜ ਜਾਣਾ ਚਾਹੀਦਾ ਜਿਹੜੇ ਇਸ ਅੰਦੋਲਨ ਚ ਆਏ ਨੇ। ਮੈਂ ਤਾਂ ਇੱਥੋਂ ਤੱਕ ਕਹਿਣਾ, ਜਿਹੜਾ ਇਸ ਅੰਦੋਲਨ ਚ ਇੱਕ ਰਾਤ ਵੀ ਕੱਟ ਗਿਆ, ਜਿਹਨੂੰ ਤਾਂ ਸਾਰਾ ਸਮਾਂ ਲਿਆ, ਉਹ ਤੋਂ ਬਹੁਤ ਹੀ ਧੰਨਵਾਦ ਹੈ। ਜਿਹਨਾਂ ਸੰਸਥਾਵਾਂ ਨੇ ਲੰਗਰ ਲਾਤਾ, ਜਿਹੜੀ ਪ੍ਰੈਸ ਨੇ ਇੱਥੇ ਦਿਨ ਰਾਤ ਮੀਂਹ 'ਚ ਰਹਿ ਕੇ, ਗੜਿਆਂ 'ਚ ਰਹਿ ਕੇ, ਪਾਲੇ 'ਚ ਰਹਿ ਕੇ, ਗਰਮੀ 'ਚ ਰਹਿ ਕੇ ਸਾਡੀ ਮਦਦ ਕਰਤੀ, ਜਿਹਨੇ ਮਗਰ ਬਹਿ ਕੇ ਇੰਨੀ ਗੱਲ ਵੀ ਕਹਤੀ ਵੀ ਯਾਰ ਦੋਨੋਂ ਠੀਕ ਲੜ ਰਹੇ ਨੇ, ਮੈਂ ਤਾਂ ਉਹਨਾਂ ਦਾ ਵੀ ਸਾਰਾ ਧੰਨਵਾਦ ਕਰਦਾ। ਤੁਹਾਨੂੰ ਲੱਗਦਾ ਕਿ ਉਹਨਾਂ ਦੇ ਜਿਹੜੇ ਮਸਲੇ ਆ ਉਹ ਸੰਯੁਕਤ ਕਿਸਾਨ ਮੋਰਚਾ ਵੀ ਚੱਕੇਗਾ, ਸਰਕਾਰ ਦੇ ਕੋਲ ਪਹਿਲਾਂ ਪਹੁੰਚਾਏ ਜਾਣਗੇ, ਔਰ ਜੇ ਉਹ ਵੀ ਮੰਗ ਮੰਨੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਅਗਲਾ ਫੈਸਲਾ ਹੋਏਗਾ? ਅਸੀਂ ਜੇ ਕੇਸਾਂ ਬਾਰੇ ਕਹਾਂਗੇ, ਸਾਰਾ ਬਾਰੇ ਕਹਾਂਗੇ, ਸਵਾਲ ਨਹੀਂ ਪਤਾ ਹੁੰਦਾ ਵੀ ਕੋਈ ਵਿੱਚੋਂ ਰਹਿ ਜਾਊ, ਸਾਰੇ ਤੁਹਾਨੂੰ ਵਾਪਸ ਲੈਣੇ ਬਣੇ ਸਾਰਾ ਕਰਾਂਗੇ। ਰਾਜਨੀਤੀ ਦੇ ਆਪਾਂ ਥੋੜਾ ਆ ਜਾਈਏ ਕਿ ਜਦੋਂ ਜ਼ਿਕਰ ਇਹ ਮਸਲੇ ਦਾ ਹੱਲ 2022 ਤੋਂ ਪਹਿਲਾਂ ਸਰਕਾਰ ਕਰ ਦਿੰਦੀ ਹੈ, ਘਰਾਂ ਨੂੰ ਮੁੜ ਜਾਂਦੇ ਕਿਸਾਨ ਆਗੂ ਵੀ ਮੁੜ ਜਾਣਗੇ, ਤੇ ਫਿਰ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਇੱਥੇ 32 ਜਥੇਬੰਦੀਆਂ ਬੈਠੀਆਂ ਸੀਗੀਆਂ, ਚਾਹੇ ਉਹ ਜਿੰਨੇ ਕੁ ਪਾਵਰ ਰੱਖਦੀਆਂ, ਕਿਉਂਕਿ ਹਰੇਕ ਦੇ ਕੋਲੇ ਉਨੀ ਸ਼ਮਤਾ ਨਹੀਂ ਹੈਗੀ, ਪਰ ਇੱਕ ਜਦੋਂ ਨਾਂ ਵੱਡਾ ਹੋ ਜਾਂਦਾ ਕਿ 32 ਜਥੇਬੰਦੀਆਂ, ਉਹ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਪੰਜਾਬ ਦੀ ਲੜਾਈ ਲੜਨਗੀਆਂ ਜਿਸ ਤਰ੍ਹਾਂ ਇੱਥੇ ਖੇਤੀ ਕਾਨੂੰਨਾਂ ਦੇ ਖਿਲਾਫ ਲੜ ਰਹੀਆਂ ਸੀ? ਅਸੀਂ ਜੇ ਮੋਰਚਾ ਜਿੱਤ ਜਾਂਦੇ ਹਾਂ, ਨਿਬੜ ਜਾਂਦੇ, ਰੂਦੂ ਸਿੰਘ ਜੀ ਪੱਕੀ ਦਿਲ ਦੀ ਰਾਏ ਹੈ, ਅਸੀਂ ਰਾਜਨੀਤਿਕ ਤੌਰ ਤੇ ਸਿਰ ਜੋੜ ਕੇ ਬੈਠਾਂਗੇ। ਹਾਂ, ਗੱਲ ਸਿਰੇ ਲੱਗਦੀ ਆ, ਨਾ ਲੱਗ ਜੇ, ਕੋਈ ਤੁਰਦਾ ਨਾ ਤੁਰਦਾ, ਇਸ ਤੇ ਅਸੀਂ ਲਾਜ਼ਮੀ ਕੋਸ਼ਟ ਕਰਾਂਗੇ ਮੀਟਿੰਗ ਕਰਕੇ ਵੀ ਰਾਜਨੀਤੀ ਬਾਰੇ ਸੋਚੀਏ। ਗੈਰ ਸਿਆਸੀ ਰਹਿ ਕੇ ਇੱਥੇ ਕੋਈ ਫਾਇਦਾ ਨਹੀਂਗਾ, ਰਾਜਨੀਤਿਕ ਹੋਣਾ ਚਾਹੀਦਾ ਬੰਦੇ ਨੂੰ। ਮੈਂ ਪੂਰੀ ਕੋਸ਼ਟ ਕਰੂੰਗਾ ਵੀ ਸਾਰਿਆਂ ਨੂੰ ਕਿਰਾਂ 32 ਦੀ 32 ਜਿੱਤੇ ਬਹਾਉਂਗਾ ਵੀ ਸਾਨੂੰ ਰਾਜਨੀਤੀ ਦੀ ਗੱਲ। ਹਾਂ, ਉੱਥੇ ਫੈਸਲਾ ਕੀ ਹੁੰਦਾ, ਕੋਈ ਮੰਨਦਾ ਨਾ ਮੰਨਦਾ, ਉਹ ਅਗਲੀ ਗੱਲ ਹੈ। ਸਰਕਾਰ ਦੇ ਨਾਲ ਲੜਨਾ ਬਹੁਤ ਔਖਾ ਹੁੰਦਾਗਾ। ਤੁਸੀਂ ਇਹ ਖੇਤੀ ਕਾਨੂੰਨਾਂ ਦੇ ਖਿਲਾਫ ਮੱਥਾ ਕੇਂਦਰ ਨਾਲ ਲਾਇਆ, ਪੰਜਾਬ ਦੇ ਵਿੱਚ ਤਾਂ ਮਸਲੇ ਬਹੁਤ ਸਾਰੇ ਆ, ਕੀ ਉੱਥੇ ਜਾ ਕੇ ਵੀ ਤੁਹਾਨੂੰ ਲੱਗਦਾ ਕਿ ਸਾਨੂੰ ਜੰਗ ਜਿਹੜੀ ਉਹ ਵਿੱਢਣੀ ਪਏਗੀ ਔਰ ਲੜਾਈ ਉੱਥੋਂ ਸ਼ੁਰੂ ਹੋਣੀ ਸਾਡੀ? ਮੇਰਾ ਖਿਆਲ ਹੈ ਉਹ ਤਾਂ ਕੁਛ ਤਾਂ ਮੁੱਖ ਮੰਤਰੀ ਨੇ ਸਾਡੀ ਮੀਟਿੰਗ ਸੱਦ ਕੇ ਸਾਡੀਆਂ ਮੰਗਾਂ ਤੇ ਹਾਂ ਕਰੀ ਹੈ, ਤੇ ਉਹ ਦੁਬਾਰਾ ਮੀਟਿੰਗ ਫੇਰ ਸੱਦਣ ਜਾ ਰਿਹਾ ਹੈਗਾ। ਮੇਰਾ ਖਿਆਲ ਹੈ ਵੀ ਉਧਰ ਵੋਟਾਂ ਨੇੜੇ ਆ ਗਈਆਂ, ਉੱਥੇ ਹਜੇ ਵੱਡੀ ਲੜਾਈ ਵਾਲੀ ਗੱਲ ਕੋਈ ਹੈ ਨਹੀਂ ਗੀ।
ਮੇਰਾ ਉੱਥੇ ਗੱਲਬਾਤ 'ਚ ਹੀ ਗੱਲ ਸਿਰੇ ਲੱਗ ਜੂ ਕਿ ਉਹ ਜਦੋਂ ਵੋਟਾਂ ਨੇੜੇ ਹੁੰਦੀਆਂ ਉਦੋਂ ਮੌਕੇ ਦੀ ਸਰਕਾਰ ਹੋਵੇ ਦੂਜੀਆਂ ਪਾਰਟੀਆਂ ਨੂੰ ਉਹ ਮੰਗਾਂ ਮੰਨਣ ਤੱਕ ਭੱਜ ਜਾਂਦੀਆਂ ਨੇ। ਲੜਾਈਆਂ ਤਾਂ ਬਹੁਤ ਸਾਰੀਆਂ, ਜੇ ਤੁਸੀਂ ਕਿਸਾਨ ਕੋਈ ਜਾਂਦਾਗਾ ਤਹਿਸੀਲੇ ਜਾਂਦਾ ਜਾਂ ਪਟਵਾਰੀਆਂ ਕੋਲੇ ਜਾਂਦਾ ਤੇ ਪਟਵਾਰੀ ਅੱਗੋਂ ਰਿਸ਼ਵਤ ਮੰਗਦੇ ਆ ਉਹਨਾਂ ਤੋਂ ਪੈਸੇ, ਕਹਿੰਦੇ ਕਿ ਆਹ ਦਿਓ ਪਹਿਲਾਂ ਤੁਹਾਡੀਆਂ ਰਜਿਸਟਰੀਆਂ, ਫਿਰ ਹੋਣਗੀਆਂ ਤੁਹਾਡੀਆਂ ਜ਼ਮੀਨਾਂ ਦੀ ਤਬਦੀਲੀਆਂ ਤਾਂ ਹੋਣੀਆਂ, ਜੇਕਰ ਕੋਈ ਫਰਦ ਲੈਣੀ ਹੈ ਤਾਂ ਉਹਦੇ ਵੀ ਪੈਸੇ ਮੰਗੇ ਜਾਂਦੇ ਆ। ਹੋਰ ਵੀ ਬਹੁਤ ਸਾਰੇ ਮਸਲੇ ਨੇ, ਕਿਸਾਨੀ ਦੇ ਕਰਜ਼ੇ ਦਾ ਮੁੱਦਾ ਆ, ਹੋਰ ਬੜੇ ਮੁੱਦੇ ਨੇ, ਤੇ ਉਹ ਕਿਵੇਂ ਉਹ ਲੜਾਈ ਵੱਡੀ ਨਹੀਂ ਮੰਨਦੇ ਉਹਨੂੰ? ਨਹੀਂ ਮੰਨਦੇ ਆ। ਭ੍ਰਿਸ਼ਟਾਚਾਰ ਇੱਕ ਕਲੰਕ ਹੈ ਸਾਨੂੰ ਜਿਹੜਾ ਲੋਕਾਂ ਨੂੰ ਚਿੰਬੜਿਆ ਹੋਇਆ, ਪਰ ਸਾਡੀਆਂ 32 ਜਥੇਬੰਦੀਆਂ ਕੰਮ ਕਰਦੀਆਂ। ਸਾਡੇ ਵਰਕਰ ਕੋਲੇ ਕੋਈ ਆ ਜੇ, ਸਾਡੇ ਕੋਲੇ ਕੋਈ ਆ ਜੇ, ਕੋਈ ਰਿਸ਼ਤੇ ਦੇ ਪੈਸੇ ਨਹੀਂ ਲੈ ਸਕਦਾ। ਮੇਰਾ ਖਿਆਲ ਹੈ ਘੱਟੋ ਘੱਟ ਕਤਲਾਂ ਦੇ ਰਾਜੀ ਬੰਦੇ ਕਰਾਣੇ, ਕੋਈ ਪੁਲਿਸ ਨਹੀਂ ਪੈਸਾ ਲੈ ਸਕਦੀ। ਹੁਣ ਜੇ ਲੋਕ ਇਕੱਲੇ ਛਿੱਲ ਲਹਾਈ ਜਾਂਦੇ ਨੇ, ਕਿਸੇ ਸੰਸਥਾ ਕੋਲੇ ਨਹੀਂ ਜਾਂਦੇ, ਉਹ ਲੈਂਦੀ ਰਹਿੰਦੀ ਹੁੰਦੀ ਹੈ। ਜਿਹੜੇ ਲੋਕ ਕਿਸੇ ਦੇ ਲੜ ਲੱਗ ਜਾਂਦੇ ਨੇ ਉਹ ਤਾਂ ਬਚਾ ਕਰਕੇ ਜਾਂਦੇ ਨੇ। ਹੁਣ ਤੁਸੀਂ ਲਾ ਲਓ ਟਿਊਬਵੈੱਲਾਂ ਤੇ ਅੱਜ ਆਹ ਨਹੀਂ ਕੱਟਦੇ, ਆਪਣਾ ਪਰਚੀ ਨਹੀਂ ਕੱਟਦੇ, ਸਾਡੀ ਪਹਿਲਾਂ ਦੀ ਨਹੀਂ ਕੱਟਦੇ। ਅੱਛਾ, ਹਾਂ, ਜਦ ਕਦੇ ਵੀ ਨਹੀਂ ਕੱਟੀ, ਜਿੱਦਾਂ ਦੇ ਲੱਗੇ ਨੇ ਉੱਪਰ ਰੂਦੂ ਸਿੰਘ ਦੀ ਗੱਡੀ ਉਦੋਂ ਦੀ ਫਿਰ ਹੀ ਲੰਘਦੀ ਹੈ, ਝੰਡਾ ਲੱਗਿਆ ਗੱਡੀ ਦੇ, ਹਾਂਜੀ ਜਾਓ, ਕੋਈ ਸਾਨੂੰ ਬੁਲਾਇਆ ਨਹੀਂ ਕਦੇ। ਕੋਈ ਸਾਡੇ ਅੱਜ ਨਾ ਸਾਡੇ ਤੋਂ ਉੱਤੇ ਵੀ ਉਦੋਂ ਦੀ ਲੰਘਦੀ ਹੈ। ਜਥੇਬੰਦੀ ਨੂੰ ਸਾਰਾ ਮਾਫ ਹੈ? ਹਾਂ, ਜਿਹੜੇ ਸਾਡੇ ਲੀਡਰਾਂ ਪੰਜਾਬ ਵਾਲੇ ਸੀ ਉਦੋਂ ਦੀ ਲੰਘਦੇ, ਕੋਈ ਸਾਨੂੰ ਤਾਂ ਕਦੇ ਕਿਸੇ ਨੇ ਬੁਲਾਇਆ ਨਹੀਂ ਵੀ ਜਾਓ ਜੀ, ਕੋਈ ਦਿੱਕਤ ਕਿਤੋਂ ਜਾਂਦੇ। ਲੀਡਰਾਂ ਨੂੰ ਤਾਂ ਨਹੀਂ ਉਹ ਕਹਿੰਦੇ ਹੋਣਗੇ, ਪਰ ਜਿਹੜੇ ਆਮ ਤੁਹਾਡੇ ਨਾਲ ਜੁੜੇ ਹੋਏ ਆ, ਆਮ ਕਿਸਾਨ ਨੇ, ਆਮ ਜਥੇਬੰਦੀ ਨਾਲ ਜੁੜੇ ਆ, ਉਹਨਾਂ ਦੀ ਵੀ ਪਰਚੀ ਲੱਗਦੀ ਕਿ ਉਹਨਾਂ ਨੂੰ? ਨਹੀਂ, ਜੇ ਉਹਨੇ ਗੱਡੀ ਦੇ ਝੰਡਾ ਬੰਨ ਲਿਆ ਉਹਨੂੰ ਵੀ ਲੱਗਦੀ, ਪਹਿਲਾਂ ਵੀ ਲੱਗੀ ਨਾ ਲੱਗਦੀ। ਜਿਹੜਾ ਅੜ ਜਾਂਦਾ ਵਰਕਰ ਸਾਡਾ, ਮੈਂ ਵਰਕਰ ਨਾਲ ਫਿਰ ਉਹ ਬਸੋ ਧਰਨਾ ਦੇਣ ਉੱਥੇ ਕਰਨਾ ਕੀ ਹੋਇਆ, ਬੈਠਾ ਨਾ ਲੰਘਣ ਦੇ ਮਨ ਲੰਘਾ, ਉਹ ਕਹਿੰਦੇ ਵਗ ਜਾ ਕੇ ਕਲਿਸ ਕਰੇ, ਇੰਨੇ ਚੱਲ ਹੁੰਦਾ। ਮੁੱਖ ਮੰਤਰੀ ਚੰਨੀ ਤੋਂ ਕਿੰਨੀ ਉਮੀਦ ਹੈ? ਦੇਖੋ, ਮੇਰਾ ਖਿਆਲ ਹੈ ਮਜ਼ਦੂਰ ਪਰਿਵਾਰ ਚੋਂ ਆਇਆ, ਕੁਛ ਨਾ ਕੁਛ ਲੋਕਾਂ ਵਾਸਤੇ ਸੋਚੂਗਾ, ਜਿਵੇਂ ਸੋਚਦਾ ਤੇ ਸੋਚਣਾ ਚਾਹੀਦਾ, ਤੇ ਜਿੰਨਾ ਕੁ ਸੋਚਦਾ ਮੈਂ ਉਹਨੂੰ ਠੀਕ ਹੀ ਮੰਨਦਾ। ਜਿੰਨੇ ਕਿ ਫੈਸਲੇ ਕੀਤੇ ਆ ਜ਼ਮੀਨੀ ਪੱਧਰ ਤੇ ਸੱਚ ਸਾਬਤ ਹੋ ਰਹੇ ਆ, ਹਕੀਕਤ ਦੇ ਵਿੱਚ ਨਜ਼ਰ ਆ ਰਹੇ ਆ? ਉਹ ਸਾਬਤ ਹੋਣੇ ਤਾਂ ਗਾਹਾਂ ਦੀਆਂ ਗੱਲਾਂ ਹੁੰਦੀਆਂ ਨੇ, ਪਰ ਪਹਿਲਾਂ ਸੋਚਣੀ ਵੱਡੀ ਗੱਲ ਹੁੰਦੀ ਹੈ। ਪਹਿਲਾਂ ਉਸ ਫੈਸਲਿਆਂ ਬਾਰੇ ਗੱਲ ਕਿਹੜੀ ਵੱਡੀ ਹੁੰਦੀ ਹੈ, ਗਾਹਾਂ ਲਾਗੂ ਹੋਣੇ ਤਾਂ ਅਗਲੀਆਂ ਗੱਲਾਂ ਨਹੀਂ ਆ। ਕੋਈ ਕਹੇ ਤਾਂ ਸਹੀ ਮੈਂ ਕੁਛ ਕਰਨਾ ਚਾਹੁੰਦਾ, ਇੰਨੀ ਵੱਧ ਹੁੰਦਾ। ਇਲੈਕਸ਼ਨ ਲੜੋਗੇ? ਨਹੀਂ, ਮੈਂ ਹਜੇ ਮੇਰਾ ਮਸਲੇ ਦੇ ਹੱਲ ਤੋਂ ਬਾਅਦ ਮੈਂ ਤਾਂ ਪਾਰਟੀ ਨੇ ਫੈਸਲਾ ਕਰਨਾ ਵੀ ਕੀ ਮੈਨੂੰ ਪਾਰਟੀ ਇਲੈਕਸ਼ਨ ਲੜਾਉਂਦੀ ਹੈ, ਕਿਉਂਕਿ ਮੈਂ ਕੋਈ ਗੈਰ ਰਾਜਨੀਤਿਕ ਬੰਦਾ ਤੇ ਮੈਂ ਤਾਂ ਸਿਆਸੀ ਬੰਦਾ ਗਾ। ਮਤਲਬ ਮੈਂ CPML ਦਾ ਆਗੂ ਆ ਸਟੇਟ ਦਾ, ਤੇ ਉਹ ਤਾਂ ਉਹਨਾਂ ਨੇ ਸੋਚਣਾ। ਜਾਂ ਜਿਵੇਂ ਤੁਸੀਂ ਪਹਿਲਾਂ ਮੇਰੇ ਸਵਾਲ ਕਰਿਆ 32 ਜਥੇਬੰਦੀਆਂ ਇਕੱਠੀਆਂ ਹੋ ਜਾਣ, ਕੋਈ ਉਹ ਸੋਚ ਸਕਦੀਆਂ ਨੇਗੀਆਂ। ਇਹ ਰਾਜਨੀਤੀ ਦਾ ਹੋਊਗੀ, ਗਾਹਾਂ ਜਾ ਕੇ ਪਾਰਟੀ ਕੀ ਸੋਚਦੀ ਆ, ਜਥੇਬੰਦੀਆਂ ਕੀ ਸੋਚਦੀਆਂ। ਗੁਰਨਾਮ ਸਿੰਘ ਚੜੂਨੀ ਦੇ ਖਿਲਾਫ ਲੜਾਈ ਕਿਉਂ ਆ? ਗੁਰਨਾਮ ਸਿੰਘ ਚੜੂਨੀ ਨੂੰ ਕਿਉਂ ਇਹ ਕਿਹਾ ਜਾਂਦਾ ਵੀ ਤੇਰਾ ਵਿਰੋਧ ਉਸੇ ਤਰ੍ਹਾਂ ਹੋਊਗਾ? ਉਹ ਵੀ ਤਾਂ ਇਹ ਆਖਦੇ ਆ ਕਿ ਤਬਦੀਲੀ ਹੋਣੀ ਚਾਹੀਦੀ ਆ, ਅਸੀਂ ਵੀ ਜਿਹੜਾ ਇਲੈਕਸ਼ਨ ਲੜ ਰਹੇ ਆ, ਤੇ ਜੇ ਮੰਨ ਲਓ ਮਸਲੇ ਦਾ ਹੱਲ ਹੋ ਜਾਂਦਾ ਫਿਰ ਕੀ ਗੁਰਨਾਮ ਸਿੰਘ ਚੜੂਨੀ ਪ੍ਰਤੀ ਰਵੱਈਆ ਉਹੀ ਰਹੂਗਾ, ਜਾਂ ਫਿਰ ਜਿਹੜੀਆਂ ਹੁਣ ਗੱਲਾਂ ਕਹੀਆਂ ਉਹਦੇ ਤੋਂ ਬਦਲਾਅ ਹੋਊਗਾ? ਨਾ, ਫਿਰ ਤਬਦੀਲ ਹੋਊਗਾ। ਜਿੰਨਾ ਚਿਰ ਮੋਰਚਾ ਚੱਲਦਾ ਹੈ ਪਹਿਲਾਂ ਨਾਲ ਜਿਹੜਾ ਉਹਦੇ ਖਿਲਾਫ ਉਹ ਕਰਾਂਗੇ। ਜੇ ਮੋਰਚਾ ਨਿਬੜ ਜਾਂਦਾ ਵਿੱਚ ਚੜੂਨੀ ਜੋ ਮਰਜ਼ੀ ਕਰੇ, ਅਸੀਂ ਜੋ ਮਰਜ਼ੀ ਕਰੀਏ, ਇਕੱਠੇ ਵੀ ਕਰ ਸਕਦੇ ਆ ਤੇ ਡੁੱਡ ਵੀ ਕਰ ਸਕਦੇ, ਫਿਰ ਉਹ ਸਾਰਾ ਕੁਝ ਤਬਦੀਲ ਹੋ ਜਾਊਗਾ। ਇਹ ਦੱਸ ਦਿਓ ਕਿਸਾਨਾਂ ਨੂੰ ਕਿ ਕਦੋਂ ਵਾਪਸ ਲੈ ਕੇ ਜਾਓਗੇ? ਇਹ ਮੋਦੀ ਨੂੰ ਪਤਾ ਜਿਆਦੇ। ਹਾਂ, ਉਹਨੂੰ ਪਤਾ ਵੀ ਕਦੋਂ ਭੇਜਣਾ। ਡਟੇ ਰਹਿਣ ਹਾਲੇ ਉਹ ਡਟੇ ਰਹਿਣਾ। ਬਿਲਕੁਲ ਜੀ, ਅਰੁਲਦੂ ਸਿੰਘ ਮਾਨਸਾ ਦੇ ਨਾਲ ਗੱਲਬਾਤ ਕੀਤੀ ਹੈ। ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ, ਕਿਸਾਨ ਆਗੂਆਂ ਦੇ ਸਿਆਸਤ ਵਿੱਚ ਆਉਣ ਨੂੰ ਲੈ ਕੇ, ਇਹਨਾਂ ਖੇਤੀ ਕਾਨੂੰਨਾਂ ਦੇ ਰੱਦ ਹੋਣ ਨੂੰ ਲੈ ਕੇ, ਜਾਂ ਫਿਰ ਇਸ ਸੰਘਰਸ਼ ਦੇ ਖਾਤਮੇ ਨੂੰ ਲੈ ਕੇ ਕਿ ਇਹ ਸੰਘਰਸ਼ ਕਦੋਂ ਮੁੱਕਣਾ ਵੀ ਹੈ, ਜਾਂ ਫਿਰ ਲੜਾਈ ਜਿਹੜੀ ਆ ਉਹ ਹੋਰ ਵੱਡੀ ਪੰਜਾਬ ਦੇ ਵਿੱਚ ਜਾ ਕੇ ਉਹ ਸ਼ੁਰੂ ਹੋਣੀ ਹੈ। ਔਰ ਕਾਫੀ ਸਾਰੀਆਂ ਗੱਲਾਂ ਦੱਸੀਆਂ ਵੀ ਹੈ, ਪਰ ਕੁਝ ਗੱਲਾਂ ਦੇ ਜਵਾਬ ਇਹਨਾਂ ਕੋਲੇ ਵੀ ਨਹੀਂ, ਕਿਉਂਕਿ ਇਹ ਕਹਿੰਦੇ ਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਹੀ ਉਹਨਾਂ ਗੱਲਾਂ ਦਾ ਜਵਾਬ ਦੇ ਸਕਦੇ ਨੇ। ਉਡੀਕ ਉਹੀ ਕਿ ਕਦੋਂ ਸਾਰੇ ਮਸਲੇ ਦਾ ਹੱਲ ਹੋਵੇਗਾ, ਔਰ ਕਦੋਂ ਜਿਹੜੇ ਕਿਸਾਨ ਲਗਾਤਾਰ ਤਕਰੀਬਨ ਆਪਾਂ ਸਾਲ ਕਹਿ ਸਕਦੇ ਹਾਂ ਹੋ ਚੱਲਿਆ ਉਹਨਾਂ ਨੂੰ ਉਹ ਬੈਠੇ ਹੋਏ ਨੇ, ਉਹ ਆਪਣੇ ਘਰਾਂ ਨੂੰ ਵਾਪਸ ਪਰਤਣਗੇ, ਆਪਣੇ ਪਰਿਵਾਰਾਂ ਦੇ ਕੋਲੇ ਵਾਪਸ ਪਰਤਣਗੇ। ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਮੈਂ ਜਤਿੰਦਰ ਸਿੰਘ, FVI ਮੀਡੀਆ, ਸਿੰਘੂ ਬਾਰਡਰ।